ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਆਪ ਜੀ ਨੂੰ ਪਤਾ ਹੋਵੇਗਾ ਕਿ ਸਿੱਖ ਸੰਗਤ ਭਗਤ ਧੰਨਾ ਜੀ ਦਾ 600ਵਾਂ ਜਨਮ ਦਿਵਸ ਉਹਨਾਂ ਦੇ ਪਿੰਡ ਧੁਆਨ ਕਲਾ ਰਾਜਸਥਾਨ ਵਿੱਚ ਇਸ ਹਫ਼ਤੇ ਬੜੇ ਪਿਆਰ ਤੇ ਸ਼ਰਧਾ ਨਾਲ ਮਨਾ ਰਹੇ ਹਨ। ਉਸੇ ਹੀ ਸੰਬੰਧ ਵਿੱਚ ਆਪਾਂ ਕੁਝ ਸਮਾਂ ਭਗਤ ਧੰਨਾ ਜੀ ਦੀ ਯਾਦ ਵਿੱਚ ਲਾਉਣਾ ਹੈ। ਆਪਾਂ ਵਿਚਾਰ ਕਰ ਰਹੇ ਸਾਂ ਕਿ ਭਗਤ ਧੰਨਾ ਜੀ ਦੇ 3 ਸ਼ਬਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। 2 ਸ਼ਬਦ ਰਾਗ ਆਸਾ ਵਿੱਚ ਅਤੇ 1 ਸ਼ਬਦ ਰਾਗ ਤਨਾਸਰੀ ਵਿੱਚ। ਜਿਹੜੇ 2 ਸ਼ਬਦ ਉਹਨਾਂ ਦੇ ਰਾਗ ਆਸਾ ਵਿੱਚ ਹਨ, ਉਹਨਾਂ ਦੇ ਵਿੱਚ ਯਾਨੀ ਸ਼ਬਦ ਨੰਬਰ 1 ਭਗਤ ਧੰਨਾ ਜੀ ਦਾ ਹੈ, ਫਿਰ ਸ਼ਬਦ ਨੰਬਰ 3 ਭਗਤ ਧੰਨਾ ਜੀ ਦਾ ਹੈ। ਉਹਨਾਂ ਦੋਨਾਂ ਦੇ ਵਿਚਕਾਰ ਸ਼ਬਦ ਨੰਬਰ 2 ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੈ। 3 ਸ਼ਬਦ ਉਹ ਭਗਤ ਧੰਨਾ ਜੀ ਦੇ ਅਤੇ 1 ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਪਾਂ ਸਮਝਣਾ ਹੈ। ਉਸ ਤੋਂ ਪਹਿਲਾਂ ਇੱਕ ਭਗਤ ਧੰਨਾ ਜੀ ਦੇ ਜੀਵਨ ਦੇ ਨਾਲ ਜੋ ਸਾਖੀ ਪ੍ਰਚਲਿਤ ਰਹੀ, ਉਸ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵਾਰ ਨੰਬਰ 10 ਪੌੜੀ ਨੰਬਰ 13 ਵਿੱਚ ਅੰਕਿਤ ਕੀਤਾ ਹੈ। ਆਪਾਂ ਸ਼ੁਰੂ ਤੇ ਉੱਥੋਂ ਹੀ ਕਰਾਂਗੇ ਤੇ ਹੌਲੀ ਹੌਲੀ 3-4 ਕਥਾ ਵਿੱਚ ਭਗਤ ਜੀ ਦੀ ਸਾਰੀ ਬਾਣੀ ਯਾਨੀ 3 ਸ਼ਬਦ ਤੇ ਗੁਰੂ ਸਾਹਿਬ ਜੀ ਦਾ ਲਿਖਿਆ ਹੋਇਆ ਪਾਵਨ ਸ਼ਬਦ, ਉਹਦੇ ਨਾਲ ਨਾਲ ਗੁਰਬਾਣੀ ਵਿੱਚੋਂ ਕੁਝ ਹੋਰ ਪ੍ਰਮਾਣ ਲੈ ਕੇ ਆਪਾਂ ਭਗਤ ਜੀ ਦੇ ਜੀਵਨ ਸੰਬੰਧੀ, ਉਹਨਾਂ ਜੀ ਦੀ ਵਿਚਾਰਧਾਰਾ ਸੰਬੰਧੀ, ਜੋ ਉਹਨਾਂ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ, ਉਹਨਾਂ ਸੰਬੰਧੀ ਵਿਚਾਰ ਵਟਾਂਦਰਾ ਕਰਾਂਗੇ। ਆਓ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਭਗਤ ਧੰਨਾ ਜੀ ਦਾ ਜਨਮ, ਉਹਨਾਂ ਦਾ ਪਿੰਡ ਤੇ ਉਹਨਾਂ ਬਾਰੇ ਥੋੜ੍ਹੀ ਜਿਹੀ ਜੋ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਏ ਉਹਨੂੰ ਸੁਣਦੇ ਹਾਂ। ਇਹ ਜੋ ਜਾਣਕਾਰੀ ਆਪ ਜੀ ਦੇ ਸਾਹਮਣੇ ਹੈ, ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਉਹਨਾਂ ਦੀ ਜੋ ਲਿਖਤ ਹੈ, ਹਰਮਨ ਪਿਆਰੀ ਲਿਖਤ ਦਰਪਣ ਵਿੱਚ ਅੰਕਿਤ ਕੀਤਾ ਹੈ, ਮੈਕਾਲਫ ਦੇ ਹਵਾਲੇ ਨਾਲ। ਉਹ ਲਿਖਦੇ ਨੇ ਕਿ ਭਗਤ ਧੰਨਾ ਜੀ ਦਾ ਜਨਮ 1415 ਈਸਵੀ ਵਿੱਚ ਪਿੰਡ ਧੁਆਨ ਕਲਾਂ, ਜ਼ਿਲ੍ਹਾ ਟਾਂਕ, ਰਾਜਸਥਾਨ ਵਿੱਚ ਹੋਇਆ। ਉਹਨਾਂ ਦੇ ਮਾਤਾ ਪਿਤਾ ਬਾਰੇ ਕੋਈ ਜਾਣਕਾਰੀ ਕਿਸੇ ਪਾਸੋਂ ਵੀ ਨਹੀਂ ਮਿਲੀ, ਔਰ ਉਹ ਅਕਾਲ ਚਲਾਣਾ ਕਦੋਂ ਕਰ ਗਏ, ਇਹ ਜਾਣਕਾਰੀ ਵੀ ਕਿਸੇ ਵਿਦਵਾਨ ਨੇ ਅੰਕਿਤ ਨਹੀਂ ਕੀਤੀ। ਪਰ ਜਿਹੜੇ ਬਚਨ ਅੱਗੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖੇ ਨੇ, ਉਹ ਲਿਖਦੇ ਨੇ ਕਿ ਗੁਰੂ ਨਾਨਕ ਦੇਵ ਜੀ ਹੋ ਸਕਦਾ ਭਗਤ ਧੰਨਾ ਜੀ ਨੂੰ ਮਿਲੇ ਹੋਣ। ਉਹ ਇਸ ਤਰ੍ਹਾਂ ਵਿਚਾਰ ਪ੍ਰਗਟ ਕਰਦੇ ਨੇ ਕਿ ਗੁਰੂ ਨਾਨਕ ਦੇਵ ਜੀ 1507 ਜਾਂ 8 ਵਿੱਚ ਉਹਨਾਂ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਤੇ ਉਹ ਪੂਰਬ ਵਿੱਚ ਚਲੇ ਗਏ ਤੇ ਬੜੀ ਦੂਰ ਤੱਕ ਗਏ
ਇਹ ਉਦਾਸੀ ਉਹਨਾਂ ਦਾ ਸਭ ਤੋਂ ਵੱਡੀ ਲੰਮੇ ਸਮੇਂ ਦੀ ਉਦਾਸੀ ਹੈ। ਵਾਪਸੀ ਤੇ ਆਉਂਦਿਆਂ ਜਦੋਂ ਉਹ ਰਾਜਪੂਤਾਨੇ ਵਿੱਚੋਂ ਲੰਘੇ, ਰਾਜਸਥਾਨ ਨੂੰ ਪਹਿਲਾਂ ਰਾਜਪੂਤਾਨਾ ਆਖਦੇ ਸਨ, ਜਦੋਂ ਇਸ ਪਾਸਿਓਂ ਲੰਘੇ ਉਦੋਂ ਤਕਰੀਬਨ 1512 ਜਾਂ 1513 ਈਸਵੀ ਦਾ ਸਮਾਂ ਹੋਵੇਗਾ। ਤੇ ਉਹ ਲਿਖਦੇ ਨੇ ਉਸ ਵਕਤ ਭਗਤ ਧੰਨਾ ਜੀ ਦੀ ਜੋ ਉਮਰ ਹੈ ਉਹ ਤਕਰੀਬਨ 97 ਜਾਂ 98 ਸਾਲ ਹੋਵੇਗੀ। ਇਸ ਵਿਚਾਰਧਾਰਾ ਤੋਂ ਉਹ ਸਮਝ ਕੇ ਇਹ ਬਚਨ ਲਿਖਦੇ ਨੇ ਕਿ ਹੋ ਸਕਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਵਾਪਸੀ ਤੇ ਆਏ ਪਹਿਲੀ ਉਦਾਸੀ ਤੋਂ ਇਸ ਪਾਸਿਓਂ ਲੰਘਦੇ ਆਏ ਹੋਏ ਨੇ ਤੇ ਭਗਤ ਜੀ ਨੂੰ ਮਿਲੇ ਹੋਣਗੇ। ਉਹਨਾਂ ਕੋਲੋਂ ਉਹਨਾਂ ਨੇ ਭਗਤ ਜੀ ਦੇ ਤਿੰਨੇ ਸ਼ਬਦ ਲਏ ਹੋਣਗੇ। ਅਗਲੀ ਗੱਲ ਉਹ ਇਸ ਤਰ੍ਹਾਂ ਵੀ ਲਿਖਦੇ ਨੇ ਕਿ ਹੋ ਸਕਦਾ ਹੈ ਭਗਤ ਜੀ ਉਸ ਸਮੇਂ ਅਕਾਲ ਚਲਾਣਾ ਕਰ ਗਏ ਹੋਣ, ਪਰ ਇਹ ਤੇ ਪੱਕੀ ਗੱਲ ਹੈ ਕਿ ਉਹਨਾਂ ਨੂੰ ਥੋੜ੍ਹਾ ਹੀ ਸਮਾਂ ਹੋਇਆ ਹੋਏਗਾ ਅਕਾਲ ਚਲਾਣਾ ਕੀਤਿਆਂ ਨੂੰ। ਤੇ ਗੁਰੂ ਜੀ ਨੇ ਉਹਨਾਂ ਦੀ ਬਾਣੀ ਜੋ ਵੀ ਉੱਥੋਂ ਮਿਲ ਸਕੀ ਉਹਨਾਂ ਦੇ ਪਰਿਵਾਰ ਦੇ ਕਿਸੇ ਜੀਅ ਕੋਲੋਂ ਜਾਂ ਕਿਸੇ ਉਹਨਾਂ ਦੇ ਸੰਗੀ ਸਾਥੀ ਕੋਲੋਂ ਜਿਹੜੇ ਤਿੰਨ ਸ਼ਬਦ ਉਹ ਲੈ ਕੇ ਆਏ, ਉਹ ਗੁਰੂ ਨਾਨਕ ਦੇਵ ਜੀ ਨੂੰ ਉੱਥੋਂ ਮਿਲੇ ਤੇ ਉਹ ਲੈ ਕੇ ਆਏ। ਤੇ ਉਹ ਤਿੰਨੇ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਯਾਨੀ ਆਦਿ ਬੀੜ ਵਿੱਚ ਦਰਜ ਕਰਵਾ ਦਿੱਤੇ। ਮੈਂ ਇਸ ਤਰ੍ਹਾਂ ਸੋਚ ਰਿਹਾ ਸਾਂ ਕਿ ਜਿਹੜੇ ਰਾਜਸਥਾਨ ਵਿੱਚ ਵਸਣ ਵਾਲੇ ਲੋਕ ਨੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਯਾਨੀ ਗੁਰੂ ਸਾਹਿਬਾਨ ਦਾ ਅਤਿ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਕਿਉਂਕਿ ਉਹਨਾਂ ਦੇ ਇਲਾਕੇ ਦੇ ਵਸਨੀਕ ਭਗਤ ਧੰਨਾ ਜੀ ਭਾਵੇਂ ਭਗਤਾਂ ਦਾ ਕੋਈ ਆਪਣਾ ਖਾਸ ਇਲਾਕਾ ਨਹੀਂ ਹੁੰਦਾ, ਉਹ ਸਰਬ ਸਾਂਝੇ ਹੁੰਦੇ ਨੇ। ਭਗਤਾਂ ਦੀ ਕੋਈ ਜਾਤ ਪਾਤ ਜਾਂ ਕੁੱਲ ਆਦਿਕ ਨਹੀਂ ਹੁੰਦਾ, ਉਹ ਰੱਬ ਦੇ ਪਿਆਰੇ ਹੁੰਦੇ ਨੇ। ਪਰ ਫਿਰ ਵੀ ਜਿਸ ਇਲਾਕੇ ਵਿੱਚ ਕੋਈ ਜਨਮ ਲੈਂਦਾ ਹੈ ਉਸ ਇਲਾਕੇ ਦੇ ਆਸੇ-ਪਾਸੇ ਚਾਰ ਚੁਫੇਰੇ ਉਹ ਘੁੰਮਦਾ ਫਿਰਦਾ, ਬਚਨ ਬਿਲਾਸ ਕਰਦਾ, ਲੋਕਾਂ ਨੂੰ ਮਿਲਦਾ, ਆਪਣੀਆਂ ਸ਼ੁਭ ਸਿੱਖਿਆਵਾਂ ਲੋਕਾਂ ਨੂੰ ਵੰਡਦਾ, ਉੱਥੇ ਜੀਵਨ ਗੁਜ਼ਾਰਦਾ ਹੈ। ਤੇ ਸ਼ੁਕਰਗੁਜ਼ਾਰ ਮੈਂ ਇਸ ਲਈ ਆਖਿਆ ਰਾਜਸਥਾਨ ਦੇ ਲੋਕਾਂ ਨੂੰ ਗੁਰੂ ਸਾਹਿਬਾਨ ਦਾ ਹੋਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੇ ਕਿੰਨੀ ਮਿਹਨਤ ਕਰਕੇ, ਗੁਰੂ ਨਾਨਕ ਕਿੱਥੋਂ ਚੱਲੇ ਹੋਣਗੇ ਪਤਾ ਨਹੀਂ, ਤੇ ਸਿਰਫ ਇਹ ਤਿੰਨ ਸ਼ਬਦ ਲੈਣ ਲਈ ਉਹ ਉਹਨਾਂ ਦੇ ਪਿੰਡ ਪਹੁੰਚੇ ਹੋਣਗੇ। ਉਦੋਂ ਕੋਈ ਸਵਾਰੀ ਦਾ ਇੰਤਜ਼ਾਮ ਨਹੀਂ ਸੀ, ਕੋਈ ਰਾਹ ਖੈੜੇ ਨਹੀਂ ਸੀ, ਕੁਛ ਵੀ ਨਹੀਂ ਸੀ। ਉਹਨਾਂ ਨੇ ਉਹਨਾਂ ਦੀ ਪਵਿੱਤਰ ਬਾਣੀ ਲਿਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਤੇ ਇੱਕ ਤਰ੍ਹਾਂ ਨਾਲ ਭਗਤ ਧੰਨਾ ਜੀ ਨੂੰ ਸਦੀਵ ਕਾਲ ਲਈ ਆਪਣਾ ਸੰਗੀ ਮੰਨ ਲਿਆ ਤੇ ਬਣਾ ਲਿਆ। ਤੇ ਭਗਤ ਧੰਨਾ ਜੀ ਹੁਣ ਉਹਨਾਂ ਚਿਰ ਸਾਡੀ ਸਿਮਰਤੀ ਵਿੱਚ, ਸਾਡੀ ਯਾਦ ਵਿੱਚ ਰਹਿਣਗੇ ਜਿੰਨਾ ਚਿਰ ਇਹ ਧਰਤੀ ਤੇ ਆਕਾਸ਼ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੌਜੂਦ ਨੇ। ਇਸ ਤਿੰਨਾਂ ਸ਼ਬਦਾਂ ਤੋਂ ਬਿਨਾਂ ਭਗਤ ਜੀ ਦੇ ਬਾਰੇ ਕੁਛ ਵੀ ਹੋਰ ਨਹੀਂ ਲੱਭਦਾ। ਸੋ ਇਹ ਚੀਜ਼ ਬੜੀ ਹੀ ਧਿਆਨ ਗੋਚਰੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿੰਨੀ ਵੱਡੀ ਮਿਹਨਤ ਕਰਕੇ ਕਿੱਥੋਂ ਕਿੱਥੋਂ ਰੱਬ ਦੇ ਪਿਆਰਿਆਂ ਦੇ ਬੋਲ ਇਕੱਠੇ ਕਰਕੇ ਇੱਕ ਥਾਂ ਤੇ ਸੰਕਲਿਤ ਕੀਤੇ ਤੇ ਅੱਜ ਸਾਡੇ ਪਾਸ ਉਹ ਮੌਜੂਦ ਨੇ। ਸੋ ਅਸੀਂ ਇਹ ਗੱਲ ਸਮਝ ਸਕਦੇ ਹਾਂ ਕਿ ਚਾਹੇ ਗੁਰੂ ਨਾਨਕ ਦੇਵ ਮਹਾਰਾਜ ਭਗਤ ਧੰਨਾ ਜੀ ਨੂੰ ਮਿਲੇ ਜਾਂ ਨਾ ਮਿਲੇ, ਪਰ ਉਹਨਾਂ ਦੀ ਪਵਿੱਤਰ ਬਾਣੀ ਉਹ ਉੱਥੋਂ ਲੈ ਕੇ ਆਏ ਤੇ ਸਾਡੇ ਤੱਕ ਉਹ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੌਜੂਦ ਹੈ ਤੇ ਸਾਡੇ ਤੱਕ ਪਹੁੰਚੀ ਹੈ। ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਭਾਈ ਗੁਰਦਾਸ ਜੀ ਤੋਂ, ਕਿਉਂਕਿ ਇਸ ਸਾਰੀ ਵਿਚਾਰਧਾਰਾ ਨੂੰ 3-4 ਟਾਈਮ ਲੱਗਣੇ ਨੇ, ਹੋ ਸਕਦਾ ਇਸ ਤੋਂ ਵੱਧ ਵੀ ਲੱਗ ਜਾਣ। ਤੇ ਇਹ ਜਿਹੜੀ ਕਹਾਣੀ ਪ੍ਰਚਲਿਤ ਸੀ ਭਗਤ ਧੰਨਾ ਜੀ ਦੇ ਜੀਵਨ ਨਾਲ ਸੰਬੰਧਿਤ, ਉੱਥੋਂ ਆਪਾਂ ਸ਼ੁਰੂ ਕਰਦੇ ਹਾਂ ਤੇ ਫਿਰ ਭਗਤ ਜੀ ਦੀ ਪਵਿੱਤਰ ਬਾਣੀ ਨੂੰ ਵਿਚਾਰਾਂਗੇ। ਭਾਈ ਗੁਰਦਾਸ ਜੀ ਨੇ ਜੋ ਪ੍ਰਚਲਿਤ ਕਹਾਣੀ ਲਿਖੀ ਹੈ,
ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਕਤ ਉਹਨਾਂ ਦੇ ਹੁੰਦਿਆਂ ਹੀ ਲਿਖੀ ਏ ਤੇ ਇਹ ਕਹਾਣੀ ਉਦੋਂ ਪ੍ਰਚਲਿਤ ਸੀ। ਜਿਸ ਕਹਾਣੀ ਦੇ ਆਧਾਰਿਤ ਭਗਤ ਧੰਨਾ ਜੀ ਦੇ ਜੀਵਨ ਦੇ ਉੱਤੇ ਇੱਕ ਮੂਵੀ ਬਣੀ ਹੋਈ ਏ। ਹੋ ਸਕਦਾ ਤੁਹਾਡੇ ਚੋਂ ਬਹੁਤ ਸਾਰਿਆਂ ਨੇ ਉਹ ਮੂਵੀ ਵੇਖੀ ਹੋਵੇ। ਜੇ ਤੁਸੀਂ ਵੇਖੀ ਹੋਏਗੀ ਤੇ ਇਸ ਭਾਈ ਗੁਰਦਾਸ ਜੀ ਦੀ ਪੌੜੀ ਨੰਬਰ 13 ਤੋਂ ਤੁਹਾਨੂੰ ਉਹ ਸਾਰੀ ਯਾਦ ਆ ਜਾਏਗੀ। ਔਰ ਮੈਂ ਤੇ ਇਸ ਤਰ੍ਹਾਂ ਵੀ ਸੋਚਦਾ ਕਿ ਉਹ ਮੂਵੀ ਸ਼ਾਇਦ ਉਹਨਾਂ ਨੇ ਇਸ ਪੌੜੀ ਨੂੰ ਆਧਾਰ ਬਣਾ ਕੇ ਹੀ ਬਣਾਈ ਹੋਵੇ, ਕਿਉਂਕਿ ਇਹ ਪੌੜੀ ਮੂਵੀ ਤੋਂ ਬਹੁਤ ਪੁਰਾਣੀ ਹੈ। ਸੋ ਆਓ ਅਸੀਂ ਸਮਝਦੇ ਹਾਂ। ਪਹਿਲੀ ਲਾਈਨ ਭਾਈ ਗੁਰਦਾਸ ਜੀ ਲਿਖਦੇ ਨੇ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੈ। ਇੱਥੋਂ ਇਹ ਗੱਲ ਸਮਝ ਆਉਂਦੀ ਏ ਕਿ ਭਗਤ ਧੰਨਾ ਜੀ ਇੱਕ ਜੱਟ ਜ਼ਿਮੀਂਦਾਰ ਘਰਾਣੇ ਨਾਲ ਸੰਬੰਧਿਤ ਸਨ ਤੇ ਉਹ ਗਊਆਂ ਚਾਰਨ ਦਾ ਕੰਮ ਵੀ ਛੋਟੀ ਉਮਰ ਵਿੱਚ ਕਰਦੇ ਸਨ। ਉਹ ਗਊਆਂ ਚਾਰਨ ਲਈ ਜਿਸ ਪਾਸੇ ਨੂੰ ਆਉਂਦੇ ਸਨ, ਪਿੰਡੋਂ ਵਾਰ-ਵਾਰ ਲੱਗਦਾ ਹੈ ਕਿ ਕੋਈ ਠਾਕੁਰ ਦੁਆਰਾ ਸੀ। ਜਿਸ ਠਾਕੁਰ ਦੁਆਰੇ ਵਿੱਚ ਪੰਡਿਤ ਬ੍ਰਾਹਮਣ ਦੇਵਤਿਆਂ ਦੀ, ਠਾਕੁਰਾਂ ਦੀ ਪੂਜਾ ਕਰਿਆ ਕਰਦਾ ਸੀ। ਧੰਨਾ ਉੱਥੋਂ ਹਮੇਸ਼ਾ ਲੰਘਦਾ। ਧੰਨੇ ਡਿੱਠਾ ਚਲਤ ਏ, ਪੁੱਛੈ ਬਾਹਮਣ ਆਖ ਸੁਣਾਵੈ। ਧੰਨਾ ਇਹ ਰੋਜ਼ ਕੌਤਕ ਵੇਖਦਾ ਕਿ ਬ੍ਰਾਹਮਣ ਕੁਛ ਪੱਥਰ ਦੀਆਂ ਮੂਰਤੀਆਂ ਨੇ ਜਾਂ ਪੱਥਰ ਨੇ, ਜਿਨ੍ਹਾਂ ਨੂੰ ਸਾਲਗ੍ਰਾਮ ਵੀ ਆਖਦੇ ਨੇ, ਠਾਕੁਰ ਵੀ ਆਖਦੇ ਨੇ, ਉਹਨਾਂ ਦਾ ਬੜੇ ਪਿਆਰ ਨਾਲ ਇਸ਼ਨਾਨ ਪਾਣੀ ਕਰਾਉਂਦਾ ਹੈ, ਨਵਾ ਧਵਾ ਕੇ ਉਹਨਾਂ ਦੇ ਕੱਪੜੇ ਬਦਲਦਾ ਹੈ, ਫਿਰ ਉਹਨਾਂ ਦੇ ਅੱਗੇ ਧੂਪ ਆਦਿਕ ਧੁਖਾ ਕੇ, ਫੁੱਲ ਮਾਲਾ ਪਹਿਨਾ ਕੇ, ਫਿਰ ਕੋਈ ਖਾਣ ਲਈ ਪਦਾਰਥ ਉਹਨਾਂ ਅੱਗੇ ਰੱਖ ਕੇ ਤੇ ਬੜੀਆਂ ਅਰਦਾਸਾਂ ਕਰਦਾ ਹੈ। ਇਹ ਸਭ ਕੁਝ ਭਗਤ ਧੰਨਾ ਜੀ ਵੇਖਦੇ ਰਹੇ। ਧੰਨੇ ਡਿੱਠਾ ਚਲਤ ਏ, ਪੁੱਛੈ। ਫਿਰ ਇੱਕ ਦਿਨ ਜਾ ਕੇ ਬਾਹਮਣ ਨੂੰ ਧੰਨਾ ਜੀ ਪੁੱਛਦੇ ਨੇ, ਬਾਹਮਣ ਆਖ ਸੁਣਾਵੈ। ਉਹ ਅੱਗੋਂ ਇਸ ਤਰ੍ਹਾਂ ਗੱਲ ਸੁਣਾਉਂਦਾ ਧੰਨੇ ਭਗਤ ਨੂੰ, ਠਾਕੁਰ ਦੀ ਸੇਵਾ ਕਰੈ ਜੋ ਇੱਛੈ ਸੋਈ ਫਲ ਪਾਵੈ। ਧੰਨਾ ਜੀ ਉਹਨੂੰ ਪੁੱਛਦੇ ਨੇ ਕਿ ਬ੍ਰਾਹਮਣ ਜੀ, ਤੁਸੀਂ ਇਹ ਕੰਮ ਕਰਦੇ ਹੋ, ਸੇਵਾ ਕਰਦੇ ਹੋ, ਮੈਂ ਰੋਜ਼ ਤੁਹਾਨੂੰ ਵੇਖਦਾ, ਇਹਦੇ ਨਾਲ ਕੀ ਮਿਲੇਗਾ, ਕੀ ਫਲ ਮਿਲੇਗਾ ਤੁਹਾਨੂੰ? ਤੁਸੀਂ ਪੱਥਰ ਦੀ ਪੂਜਾ ਕਰਦੇ ਹੋ। ਤੇ ਬ੍ਰਾਹਮਣ ਉਸ ਨੂੰ ਕਹਿੰਦਾ ਹੈ ਕਿ ਧੰਨਾ ਜੀ, ਕੋਈ ਵੀ ਮਨੁੱਖ ਜਿਹੜਾ ਠਾਕੁਰ ਦੀ ਸੇਵਾ ਕਰਦਾ ਹੈ, ਉਹ ਜੋ ਵੀ ਮਨੋ ਇੱਛਤ ਭਾਵ ਜੋ ਵੀ ਇੱਛਾ ਧਾਰਨ ਕਰਦਾ ਹੈ, ਉਸ ਨੂੰ ਉਹ ਫਲ ਪ੍ਰਾਪਤ ਹੋ ਜਾਂਦੇ ਨੇ। ਧੰਨਾ ਕਰਦਾ ਜੋਦੜੀ, ਮੈਂ ਵੀ ਦੇ ਇੱਕ ਜੇ ਤੁਧ ਪਾਵੈ। ਇਹ ਗੱਲ ਸੁਣ ਕੇ ਕਿ ਜੇ ਠਾਕੁਰ ਦੀ ਸੇਵਾ ਕੀਤੀ ਜਾਵੇ ਤੇ ਜੋ ਇੱਛਾ ਧਾਰਨ ਕਰੀਏ ਮਨ ਵਿੱਚ, ਉਹ ਫਲ ਪ੍ਰਾਪਤ ਹੋ ਜਾਂਦਾ ਹੈ। ਤੇ ਆਖਣ ਲੱਗਾ ਧੰਨਾ, ਫਿਰ ਪੰਡਿਤ ਜੀ ਤੁਸੀਂ ਇੱਕ ਕੰਮ ਕਰੋ, ਜੇ ਤੁਹਾਨੂੰ ਚੰਗਾ ਲੱਗ ਜਾਏ ਤੇ ਮੈਂ ਬੇਨਤੀ ਕਰਦਾ ਹਾਂ, ਮੈਨੂੰ ਵੀ ਇੱਕ ਠਾਕੁਰ ਤੁਸੀਂ ਦੇ ਦਿਓ। ਪਰ ਬ੍ਰਾਹਮਣ ਛੇਤੀ ਨਾਲ ਉਸ ਨੂੰ ਠਾਕੁਰ ਦੇਣ ਲਈ ਰਾਜੀ ਨਹੀਂ ਹੋਇਆ। ਅਗਲੀ ਪੰਕਤੀ ਸਿੱਧ ਕਰਦੀ ਇਸ ਗੱਲ ਨੂੰ, ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੈ। ਉਹ ਆਪਣਾ ਖਹਿੜਾ ਛਡਾਉਂਦਾ ਧੰਨੇ ਕੋਲੋਂ। ਤੇ ਇੱਥੋਂ ਇਹ ਸਮਝ ਪੈਂਦੀ ਹੈ ਕਿ ਇਹ ਵਾਰਤਾਲਾਪ ਕਈ ਦਿਨ ਚੱਲਦਾ ਰਿਹਾ। ਭਗਤ ਧੰਨਾ ਜੀ ਉਹਦੇ ਕੋਲੋਂ ਠਾਕੁਰ ਮੰਗਦੇ ਰਹੇ ਤੇ ਉਹ ਟਾਲ ਮਟੋਲ ਕਰਦਾ ਰਿਹਾ। ਉਹ ਕਿਉਂ ਕਰਦਾ ਰਿਹਾ, ਇਹ ਗੱਲ ਤੇ ਆਪਾਂ ਨੂੰ ਸਮਝ ਪੈ ਚੁੱਕੀ ਏ ਕਿ ਪੁਰਾਣੇ ਸਮੇਂ ਵਿੱਚ ਕਈ ਥਾਈਂ ਅੱਜ ਵੀ ਬ੍ਰਾਹਮਣ ਲੋਕ ਕਹੇ ਜਾਂਦੇ ਅਖੌਤੀ ਵੈਸ਼ ਲੋਕਾਂ ਨੂੰ ਤੇ ਸ਼ੂਦਰ ਲੋਕਾਂ ਨੂੰ ਮੰਦਿਰਾਂ ਵਿੱਚ ਦਾਖਲ ਨਹੀਂ ਸਨ ਹੋਣ ਦਿੰਦੇ। ਔਰ ਇਹ ਵੀ ਉਹ ਸਮਝਦੇ ਸਨ ਕਿ ਇਹਨਾਂ ਲੋਕਾਂ ਨੂੰ ਗਿਆਨਹੀਨ ਰੱਖਿਆ ਜਾਏ,
ਜੇ ਇਹ ਲੋਕ ਗਿਆਨਵਾਨ ਹੋ ਗਏ ਤੇ ਜੋ ਸਾਡਾ ਝੂਠ ਦੇ ਆਧਾਰ ਤੇ ਰੋਟੀ ਰੋਜੀ ਚੱਲ ਰਹੀ ਏ ਇਹ ਬੰਦ ਹੋ ਜਾਏਗੀ। ਇਸ ਲਈ ਉਹ ਟਾਲ ਮਟੋਲ ਕਰਦਾ ਰਿਹਾ। ਆਖਰ ਧੰਨੇ ਨੇ ਜਿੱਦ ਕੀਤੀ ਤੇ ਉਹਨੇ ਠਾਕੁਰ ਨਹੀਂ ਦਿੱਤਾ। ਬ੍ਰਾਹਮਣ ਬੜਾ ਚਲਾਕ ਕਿਸਮ ਦਾ ਵਿਅਕਤੀ ਏ, ਠਾਕੁਰ ਨਹੀਂ ਦਿੱਤਾ ਤੇ ਭਾਈ ਗੁਰਦਾਸ ਲਿਖਦੇ ਨੇ ਪੱਥਰ ਇੱਕ ਲਪੇਟ ਕਰ। ਉੱਥੋਂ ਕਿਤੋਂ ਪੱਥਰ ਫੜਿਆ ਤੇ ਉਹਨੂੰ ਧੋ ਧਾ ਕੇ ਤੇ ਕੱਪੜੇ 'ਚ ਲਪੇਟ ਕੇ ਤੇ ਧੰਨੇ ਨੂੰ ਫੜਾ ਦਿੱਤਾ। ਦੇ ਧੰਨੇ ਨੂੰ ਗੈਲ ਛੁਡਾਵੇ, ਆਪਣੀ ਜਾਨ ਛੁਡਾਈ ਉਹਦੇ ਕੋਲੋਂ ਵੀ ਲੈ ਤੂੰ ਲੈ ਜਾ ਤੇ ਇਹਦੀ ਇਸ ਤਰ੍ਹਾਂ ਸੇਵਾ ਕਰੀ। ਠਾਕੁਰ ਨੂੰ ਨਵਾਲ ਕੈ ਛਾ ਰੋਟੀ ਲੈ ਭੋਗ ਚੜਾਵੇ। ਧੰਨੇ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਇਸ ਨੂੰ ਤੂੰ ਲੈ ਜਾ, ਇਹ ਠਾਕੁਰ ਹੈ। ਪਰ ਉਹ ਠਾਕੁਰ ਨਹੀਂ ਸੀ, ਪੱਥਰ ਦਿੱਤਾ। ਇਹ ਠਾਕੁਰ ਲੈ ਜਾ, ਇਹਨੂੰ ਨਵਾ ਧਵਾ ਕੇ ਜਿਵੇਂ ਤੂੰ ਰੋਜ਼ ਵੇਖਦਾ ਮੈਂ ਕਰਦਾ ਇਸੇ ਤਰ੍ਹਾਂ ਹੀ ਤੂੰ ਕਰਨਾ ਹੈ ਤੇ ਇਸ ਨੂੰ ਰੋਟੀ ਪਾਣੀ ਦਾ ਭੋਗ ਵੀ ਲਵਾਉਣਾ ਹੈ। ਧੰਨਾ ਭਗਤ ਠਾਕੁਰ ਦਾ ਇਸ਼ਨਾਨ ਪਾਣੀ ਕਰਾ ਕੇ ਛਾਹ ਮੈਨੇ ਲੱਸੀ ਰੋਟੀ ਆਪਾਂ ਸਮਝਦੇ ਹੀ ਹਾਂ। ਲੱਸੀ ਤੇ ਰੋਟੀ ਅੱਗੇ ਰੱਖ ਕੇ, ਜ਼ਿਮੀਂਦਾਰ ਸੀ ਤੇ ਉਹਨਾਂ ਦੇ ਘਰ ਇਹੋ ਕੁਝ ਹੀ ਸੀ। ਲੈ ਭੋਗ ਚੜਾਵੇ, ਲਿਆ ਕੇ ਅੱਗੇ ਰੱਖ ਕੇ ਤੇ ਭੋਗ ਲਾਉਣ ਲਈ ਠਾਕੁਰ ਨੂੰ ਆਖਣ ਲੱਗਾ। ਠਾਕੁਰ ਨੇ ਕੋਈ ਭੋਗ ਨਹੀਂ ਲਾਇਆ, ਭਾਵ ਉਹਦਾ ਭੋਜਨ ਨਹੀਂ ਛਕਿਆ। ਹੱਥ ਜੋੜ ਮਿੰਨਤ ਕਰੈ, ਪੈਰੀ ਪੈ ਪੈ ਬਹੁਤ ਮਨਾਵੇ। ਹੁਣ ਧੰਨਾ ਹੱਥ ਜੋੜ ਕੇ ਠਾਕੁਰ ਦੇ ਸਾਹਮਣੇ ਬਹਿ ਗਿਆ। ਕਦੀ ਉਸ ਨੂੰ ਮੱਥਾ ਟੇਕਦਾ ਹੈ, ਉਹਦੇ ਪੈਰੀਂ ਹੱਥ ਲਾਉਂਦਾ ਹੈ ਤੇ ਉਹਨੂੰ ਮਨਾਉਣ ਦਾ ਯਤਨ ਕਰਦਾ ਹੈ। ਹਉ ਵੀ ਮੂੰਹ ਨਾ ਜੁਠਾਲਸਾਂ, ਤੂੰ ਰੁੱਠਾ ਮੈਂ ਕਿਹੋ ਨਾ ਸੁਖਾਵੇ। ਆਖਰ ਧੰਨਾ ਜੀ ਨੇ ਇੱਕ ਮਨ ਵਿੱਚ ਫੈਸਲਾ ਕਰ ਲਿਆ ਤੇ ਆਪਣੇ ਠਾਕੁਰ ਨੂੰ ਉਹ ਫੈਸਲਾ ਕਹਿ ਸੁਣਾਇਆ। ਉਹ ਫੈਸਲਾ ਕੀ ਹੈ ਕਿ ਤੂੰ ਰੁੱਸ ਗਿਆ, ਮੈਨੂੰ ਜਾਪਦਾ ਹੈ। ਮੈਨੂੰ ਜਾਪਦਾ ਹੈ ਕਿ ਬ੍ਰਾਹਮਣ ਦਾ ਖੀਰ ਕੜਾ ਤੂੰ ਖਾਂਦਾ ਸੈਂ, ਮੇਰੇ ਘਰ ਰੁੱਖੀ ਸੁੱਖੀ ਦਾਲ ਰੋਟੀ ਤੇ ਲੱਸੀ ਏ, ਇਹ ਤੈਨੂੰ ਪਸੰਦ ਨਹੀਂ ਆਈ, ਇਸ ਕਰਕੇ ਤੂੰ ਮੇਰੇ ਨਾਲ ਰੁੱਸ ਗਿਆ ਹੈ। ਤੂੰ ਰੁੱਸ ਗਿਆ ਤੇ ਤੇਰੇ ਰੁੱਸਣ ਦੇ ਕਾਰਨ ਮੈਨੂੰ ਕੁਝ ਵੀ ਹੁਣ ਚੰਗਾ ਨਹੀਂ ਲੱਗਦਾ ਤੇ ਜਿੰਨਾ ਚਿਰ ਰੋਟੀ ਤੂੰ ਨਹੀਂ ਖਾਏਗਾ ਮੈਂ ਵੀ ਰੋਟੀ ਨਹੀਂ ਖਾਵਾਂਗਾ। ਹਉ ਵੀ ਮੂੰਹ ਨਾ ਜੁਠਾਲਸਾਂ, ਮੈਂ ਵੀ ਮੂੰਹ ਜੂਠਾ ਨਹੀਂ ਕਰਾਂਗਾ। ਇਹ ਫੈਸਲਾ ਉਹਨੇ ਕਹਿ ਸੁਣਾਇਆ ਠਾਕੁਰ ਜੀ ਨੂੰ। ਆਖਰ ਉਸੇ ਵੇਲੇ ਹੀ ਤੇ ਠਾਕੁਰ ਨਹੀਂ ਆ ਗਏ ਹੋਣੇ। ਪਤਾ ਨਹੀਂ ਕਿੰਨੇ ਦਿਨ ਲੱਗੇ ਹੋਣਗੇ, ਕਿੰਨਾ ਸਮਾਂ ਲੱਗਾ ਹੋਏਗਾ। ਹੁਣ ਭਾਈ ਗੁਰਦਾਸ ਆਖਦੇ ਨੇ ਗੋਸਾਈ ਪ੍ਰਤੱਖ ਹੋਏ, ਰੋਟੀ ਖਾਏ ਛਾਹ ਮੂੰਹ ਲਾਵੇ। ਗੁਸਾਈ ਵਾਹਿਗੁਰੂ ਪਰਮਾਤਮਾ ਪ੍ਰਤੱਖ ਪ੍ਰਗਟ ਹੋ ਗਿਆ ਧੰਨੇ ਦੀ ਇਸ ਜਿੱਦ ਦੇ ਉੱਤੇ ਕਿ ਮੈਂ ਵੀ ਭੁੱਖਾ ਮਰਾਂਗਾ, ਮੈਂ ਰੋਟੀ ਨਹੀਂ ਖਾਵਾਂਗਾ ਜੇ ਤੂੰ ਨਹੀਂ ਖਾਂਦਾ। ਆਖਰ ਗੁਸਾਈ ਪ੍ਰਤੱਖ ਹੋਇਆ, ਉਹ ਬੈਠਾ, ਉਹਨੇ ਰੋਟੀ ਖਾਧੀ ਤੇ ਲੱਸੀ ਵੀ ਪੀਤੀ। ਇਹ ਜਿਹੜੀ ਕਹਾਣੀ ਆਪਾਂ ਸੁਣ ਰਹੇ ਹਾਂ। ਭੋਲਾ ਭਾਉ ਗੋਬਿੰਦ ਮਿਲਾਵੇ। ਭਾਈ ਗੁਰਦਾਸ ਲਿਖਦੇ ਨੇ ਕਿ ਇਹ ਕਹਾਣੀ ਇਸ ਢੰਗ ਦੇ ਨਾਲ ਪ੍ਰਚਲਿਤ ਕੀਤੀ ਗਈ ਕਿ ਧੰਨਾ ਜੀ ਨੂੰ ਠਾਕੁਰ ਵਿੱਚੋਂ ਪਰਮਾਤਮਾ ਮਿਲਿਆ। ਪਰ ਉਹ ਕਹਿੰਦੇ ਨੇ ਇੱਥੇ ਕਿਤੇ ਵੀ ਇਹੋ ਜਿਹੀ ਕੋਈ ਗੱਲ ਨਹੀਂ ਕਿ ਠਾਕੁਰ ਵਿੱਚੋਂ, ਯਾਨੀ ਜਿਵੇਂ ਤੁਸੀਂ ਮੂਵੀ 'ਚ ਵੇਖਿਆ ਹੋਣਾ ਪੱਥਰ ਦੇ ਵਿੱਚੋਂ ਪਰਮਾਤਮਾ ਨਿਕਲ ਰਿਹਾ ਹੈ। ਇਸ ਤਰ੍ਹਾਂ ਦਾ ਕੋਈ ਪਰਮਾਤਮਾ ਕਿਤੋਂ ਨਹੀਂ ਨਿਕਲਿਆ। ਪਰ ਇੱਕ ਗੱਲ ਜ਼ਰੂਰ ਹੈ ਕਿ ਪਰਮਾਤਮਾ ਪ੍ਰਤੱਖ ਹੋ ਕੇ ਉਸ ਨੂੰ ਦਰਸ਼ਨ ਦਿੰਦਾ ਹੈ। ਆਪਾਂ ਪਿੱਛੇ ਜਿਹੇ 4 ਉਦਾਹਰਨਾਂ ਸਮਝੀਆਂ ਸਨ, 4 ਪ੍ਰਮਾਣ ਸਮਝੇ ਸਨ। ਇੱਕ ਪ੍ਰਮਾਣ ਹੁੰਦਾ ਹੈ ਪ੍ਰਤੱਖ, ਦੂਸਰਾ ਪ੍ਰਮਾਣ ਅਨੁਮਾਨ ਪ੍ਰਮਾਣ, ਤੀਸਰਾ ਹੁੰਦਾ ਹੈ ਉਪਮਾਨ ਤੇ ਚੌਥਾ ਹੁੰਦਾ ਹੈ ਸ਼ਬਦ ਪ੍ਰਮਾਣ। ਇਹ ਜਿਹੜਾ ਪ੍ਰਤੱਖ ਪ੍ਰਮਾਣ ਹੈ ਨਾ, ਇਹ ਹੁੰਦਾ ਹੈ ਜਿਸ ਨੂੰ ਅਸੀਂ ਅੱਖਾਂ ਨਾਲ ਵੇਖ ਸਕੀਏ, ਜਿਸ ਨੂੰ ਅਸੀਂ ਹੱਥਾਂ ਨਾਲ ਛੂਹ ਸਕੀਏ, ਜਿਸ ਨੂੰ ਅਸੀਂ ਆਪਣੇ ਇਹਨਾਂ ਗਿਆਨ ਤੇ ਕਰਮ ਇੰਦਰੀਆਂ ਦੇ ਨਾਲ ਮਹਿਸੂਸ ਕਰ ਸਕੀਏ, ਉਸ ਨੂੰ ਪ੍ਰਤੱਖ ਪ੍ਰਮਾਣ ਆਖਦੇ ਨੇ।
ਤੇ ਭਾਈ ਗੁਰਦਾਸ ਵੀ ਲਿਖਦੇ ਨੇ, ਗੁਸਾਈ ਪ੍ਰਤੱਖ ਹੋਏ। ਗੁਸਾਈ ਪ੍ਰਤੱਖ ਹੋ ਕੇ ਉਹਨਾਂ ਨੇ ਰੋਟੀ ਪਾਣੀ ਛਕਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਹ ਬਚਨ ਲਿਖੇ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਪ੍ਰਤੱਖ ਗੁਸਾਈ ਭਗਤ ਧੰਨਾ ਜੀ ਨੂੰ ਮਿਲਦੇ ਨੇ ਤੇ ਧੰਨਾ ਜਿਹੜਾ ਹੈ ਉਹ ਵੱਡਿਆਂ ਭਾਗਾਂ ਵਾਲਾ ਹੋ ਗਿਆ। ਪਰ ਧੰਨਾ ਜੀ ਨੂੰ ਗੁਸਾਈ ਪ੍ਰਤੱਖ ਮਿਲਦੇ ਕਿਵੇਂ ਨੇ, ਉਹ ਹੁਣ ਆਪਾਂ ਭਗਤ ਜੀ ਦੀ ਆਪਣੀ ਬਾਣੀ ਵਿੱਚੋਂ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਸ਼ਬਦ ਵਿੱਚੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਆਖਰ ਪ੍ਰਮਾਤਮਾ ਪ੍ਰਤੱਖ ਤੇ ਹੋਇਆ, ਪਰ ਉਹ ਹੋਇਆ ਕਿਵੇਂ? ਕੀ ਉਹ ਸੱਚੀ ਮੁੱਚੀ ਪੱਥਰ ਵਿੱਚੋਂ ਨਿਕਲ ਕੇ ਪ੍ਰਗਟ ਹੋਇਆ, ਜਾਂ ਕਿਸੇ ਹੋਰ ਗੱਲ ਕਰਕੇ ਪ੍ਰਗਟ ਹੋਇਆ ਵੀ ਮੈਂ ਰੋਟੀ ਨਹੀਂ ਖਾਣੀ ਇਸ ਕਰਕੇ ਰੱਬ ਜੀ ਆ ਗਏ? ਇਸ ਗੱਲ ਨੂੰ ਆਪਾਂ ਸਮਝਣਾ ਹੈ। ਔਰ ਇਹ ਗੱਲ ਬੜੀ ਸਪਸ਼ਟ ਤੌਰ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਸਾਹਮਣੇ ਰੱਖੀ ਹੋਈ ਏ। ਇੱਕ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਸ਼ਬਦ ਹੈ ਬਸੰਤ ਰਾਗ ਵਿੱਚ, ਤੇ ਉਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਸਾਰੇ ਭਗਤਾਂ ਦੇ ਨਾਂ ਲਿਖੇ ਨੇ, ਤੇ ਉਹਨਾਂ ਭਗਤਾਂ ਨੇ ਪ੍ਰਮਾਤਮਾ ਦੇ ਦਰਸ਼ਨ ਕਿਵੇਂ ਕੀਤੇ ਨੇ ਉਹ ਵਿਧੀਆਂ ਵੀ ਲਿਖੀਆਂ ਨੇ, ਉਹ ਤਰੀਕੇ ਵੀ ਲਿਖੇ ਨੇ। ਆਪਾਂ ਇਹਨਾਂ ਚੀਜ਼ਾਂ ਤੋਂ ਖਾਲੀ ਕਿਉਂ ਰਹਿ ਗਏ ਹਾਂ? ਕਿਉਂਕਿ ਆਪਾਂ ਗੁਰਬਾਣੀ ਖੁਦ ਆਪ ਨਹੀਂ ਪੜ੍ਹਦੇ। ਇਹ ਸਾਡੀ ਇੱਕ ਤਰ੍ਹਾਂ ਦਾ ਟ੍ਰੈਜਡੀ ਆਖੀਏ, ਦੁਖਾਂਤ ਆਖੀਏ। ਜੇ ਕਿਤੇ ਅਸੀਂ ਗੁਰਬਾਣੀ ਆਪ ਪੜ੍ਹੀਏ ਤੇ ਉਹ ਜਿਹੜਾ ਪਵਿੱਤਰ ਸ਼ਬਦ ਹੈ, ਸ਼ਬਦ ਸ਼ੁਰੂ ਹੁੰਦਾ ਹੈ, ਸੁਣ ਸਾਖੀ ਮਨ ਜਪ ਪਿਆਰ। ਬਸੰਤ ਰਾਗ ਦਾ ਸ਼ਬਦ ਹੈ। ਤੁਸੀਂ ਇਹ ਸਾਰੇ ਸ਼ਬਦ ਨੂੰ ਘਰ ਜਾ ਕੇ ਪਿਆਰ ਨਾਲ ਇਕਾਂਤ ਵਿੱਚ ਬੈਠ ਕੇ ਪੜ੍ਹਨਾ। ਸ਼ਬਦ ਸ਼ੁਰੂ ਹੁੰਦਾ ਹੈ ਸੁਣ ਸਾਖੀ ਮਨ ਜਪ ਪਿਆਰ, ਤੇ ਉਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਨੇ, ਧੰਨੈ ਸੇਵਿਆ ਬਾਲ ਬੁੱਧ। ਇੱਕ ਗੱਲ ਇੱਥੋਂ ਇਹ ਸਪਸ਼ਟ ਹੋ ਗਈ ਕਿ ਧੰਨੇ ਨੇ ਪ੍ਰਭੂ ਦੀ ਭਗਤੀ ਕੀਤੀ। ਸੇਵਿਆ ਤੋਂ ਭਾਵ ਹੈ ਸਿਮਰਨ ਕਰਨਾ। ਸਿਮਰਨ ਤੇ ਸੇਵਾ, ਅਸੀਂ ਦੋ ਚੀਜ਼ਾਂ ਹਮੇਸ਼ਾ ਲੈਂਦੇ ਹਾਂ ਸੇਵਨ ਤੋਂ। ਰੱਬ ਦੀ ਬਣਾਏ ਜੀਵਾਂ ਦੀ ਖਲਕਤ ਦੀ ਸੇਵਾ ਕਰਨੀ, ਇਹ ਵੀ ਰੱਬ ਦੀ ਸੇਵਾ ਹੈ। ਤੇ ਸਿਮਰਨ ਕਰਨਾ, ਸਿੱਧਾ ਰੱਬ ਜੀ ਦੇ ਨਾਲ ਆਪਣਾ ਨਾਤਾ ਜੋੜਨਾ ਸੁਰਤ ਰਾਹੀਂ, ਇਹ ਵੀ ਰੱਬ ਦੀ ਸੇਵਾ ਹੈ। ਸੋ ਇਸ ਨੂੰ ਸੇਵਿਆ ਆਖਿਆ ਜਾਂਦਾ ਹੈ ਗੁਰਮਤਿ ਦੀ ਭਾਸ਼ਾ ਵਿੱਚ। ਸੋ ਧੰਨੈ ਸੇਵਿਆ ਬਾਲ ਬੁੱਧ। ਧੰਨੇ ਨੇ ਪ੍ਰਮਾਤਮਾ ਦੀ ਭਗਤੀ ਕੀਤੀ, ਤੇ ਕਰਨ ਦਾ ਤਰੀਕਾ ਕੀ ਹੈ? ਬਾਲ ਬੁੱਧ। ਬਾਲ ਬੁੱਧ ਕੀ ਹੈ? ਅਸੀਂ ਵੈਸੇ ਬੱਚਿਆਂ ਨੂੰ ਹਮੇਸ਼ਾ ਸਮਝਦੇ ਹਾਂ ਵੀ ਇਹ ਅਗਿਆਨ ਨੇ, ਅਣਜਾਣ ਨੇ, ਇਹਨਾਂ ਦੀ ਅਜੇ ਮੱਤ ਜਿਹੜੀ ਉਹ ਡਿਵੈਲਪ ਨਹੀਂ ਹੋਈ। ਪਰ ਸੱਚਾਈ ਇਹ ਆ ਕਿ ਉਹਨਾਂ ਦੀ ਮੱਤ ਵਿੱਚ ਉਹ ਸਾਡੇ ਵਰਗੀਆਂ ਅਜੇ ਚਤਰਾਈਆਂ ਤੇ ਚਲਾਕੀਆਂ ਨਹੀਂ ਆਈਆਂ। ਆਹ ਗੱਲ ਏ, ਉਹਨਾਂ ਦੇ ਵਿੱਚ ਬੁੱਧ ਹੈ, ਅਕਲ ਹੈ, ਪਰ ਉਹ ਇੰਨੀ ਸ਼ਾਰਪ ਨਹੀਂ ਹੋਈ ਜਿੰਨੀ ਸਾਡੀ ਹੋ ਗਈ ਏ। ਪੜ੍ਹ ਲਿਖ ਕੇ, ਸੋਚ ਸਮਝ ਕੇ, ਲੋਕਾਂ ਦੀਆਂ ਗੱਲਾਂ ਬਾਤਾਂ ਸੁਣ ਸੁਣਾ ਕੇ ਅਸੀਂ ਬੜੇ ਚਲਾਕ ਕਿਸਮ ਦੇ ਮਨੁੱਖ ਬਣ ਚੁੱਕੇ ਹਾਂ। ਪਰ ਬੱਚੇ ਇਸ ਤਰ੍ਹਾਂ ਦੇ ਨਹੀਂ ਹੁੰਦੇ। ਬੱਚੇ ਨਿਰਵੈਰ ਹੁੰਦੇ ਨੇ। ਬੱਚੇ, ਉਹਨਾਂ ਦੇ ਮਨ ਵਿੱਚ ਤਾਤ ਪਰਾਈ ਨਹੀਂ ਹੁੰਦੀ। ਤਾਤ ਪਰਾਈ ਤੋਂ ਮਤਲਬ ਹੈ ਪਰਾਈ ਈਰਖਾ। ਉਹਨਾਂ ਦੇ ਮਨ ਵਿੱਚ ਈਰਖਾ ਨਹੀਂ ਹੁੰਦੀ। ਉਹਨਾਂ ਦੇ ਮਨ ਵਿੱਚ ਵੈਰ ਭਾਵਨਾ ਨਹੀਂ ਹੁੰਦੀ। ਉਹਨਾਂ ਦੇ ਮਨ ਵਿੱਚ ਕਾਮ, ਕ੍ਰੋਧ, ਲੋਭ ਆਦਿਕ ਚੀਜ਼ਾਂ ਨਹੀਂ ਹੁੰਦੀਆਂ। ਇਸ ਲਈ ਧੰਨੇ ਨੇ ਬਾਲ ਬੁੱਧੀ ਦੁਆਰਾ ਸੇਵਿਆ, ਭਾਵ ਨਿਰਵੈਰਤਾ ਨਾਲ, ਨਿਰਛਲਤਾ ਨਾਲ, ਤੇ ਫਿਰ ਅਸੀਂ ਆਖੀਏ ਕਿ ਭੋਲੇ ਪਾਏ, ਸਹਿਜ ਸੁਭਾਏ, ਚਲਾਕੀਆਂ ਤੇ ਚਤੁਰਾਈਆਂ ਨੂੰ ਛੱਡ ਕੇ ਭਗਤ ਜੀ ਨੇ ਵਾਹਿਗੁਰੂ ਜੀ ਦੀ ਭਗਤੀ ਕੀਤੀ ਤੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਅਸੀਂ ਆਓ ਹੁਣ ਸ਼ੁਰੂ ਕਰਦੇ ਹਾਂ ਭਗਤ ਜੀ ਦਾ ਪਵਿੱਤਰ ਸ਼ਬਦ ਜੋ ਨੰਬਰ 1 ਹੈ, ਉਹ ਰਾਗ ਆਸਾ ਵਿੱਚ। ਤੇ ਜਦੋਂ ਆਪਾਂ ਇਸ ਬਾਣੀ ਦਾ ਪਾਠ ਕਰਦੇ ਹਾਂ ਤੇ ਇਹ ਜਿਹੜੀਆਂ ਤਿੰਨ ਚੀਜ਼ਾਂ, ਤਿੰਨ ਲਾਈਨਾਂ ਤੁਹਾਡੇ ਸਾਹਮਣੇ ਨੇ ਨਾ,
ਇਹ ਇਕੱਠੀਆਂ ਲਿਖੀਆਂ ਮਿਲਦੀਆਂ ਨੇ ਤੇ ਆਪਾਂ ਜ਼ਿਆਦਾਤਰ ਇਹਨੂੰ ਪੜ੍ਹਦੇ ਹਾਂ ਆਸਾ ਬਾਣੀ ਭਗਤ ਧੰਨੇ ਜੀ ਕੀ। ਮੈਂ ਇਸ ਕਰਕੇ ਇਹਨੂੰ ਵੱਖਰਾ ਵੱਖਰਾ ਕਰਕੇ ਲਿਖਿਆ ਕਿ ਆਪਾਂ ਸਮਝ ਲਈਏ ਆਸਾ ਤੇ ਰੁਕ ਜਾਣਾ ਹੈ। ਰਾਗ ਆਸਾ ਹੈ, ਬਾਣੀ ਆਸਾ ਨਹੀਂ ਹੈ। ਜਿਸ ਰਾਗ ਵਿੱਚ ਬਾਣੀ ਲਿਖੀ ਗਈ ਹੈ, ਜਿਸ ਰਾਗ ਵਿੱਚ ਰਾਗੀ ਸਿੰਘਾਂ ਨੂੰ ਗਾਉਣ ਦੀ ਹਿਦਾਇਤ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਹੈ, ਉਹ ਰਾਗ ਆਸਾ ਹੈ। ਸੋ ਆਸਾ ਤੇ ਰੁਕ ਕੇ ਅੱਗੇ ਪਾਠ ਕਰਨਾ ਹੈ ਬਾਣੀ ਭਗਤ ਧੰਨੇ ਜੀ ਕੀ। ਰਾਗ ਆਸਾ ਵਿੱਚ ਭਗਤ ਧੰਨੇ ਜੀ ਦਾ ਇਹ ਪਹਿਲਾ ਸ਼ਬਦ ਹੈ ਤੇ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਵੱਲੋਂ ਮੰਗਲਾਚਰਨ ਲਿਖਿਆ। ਮੰਗਲਾਚਰਨ ਤੋਂ ਮਤਲਬ ਹੁੰਦਾ ਹੈ ਕਿ ਜਿਹੜੇ ਰੱਬ ਦੇ ਪਿਆਰੇ, ਰੱਬ ਦੀ ਯਾਦ ਵਿੱਚ ਜੁੜਦੇ ਨੇ, ਉਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਰੱਬ ਨੂੰ ਯਾਦ ਕਰਦੇ ਨੇ ਤੇ ਉਹਦੀ ਸਹਾਇਤਾ ਦੀ ਮੰਗ ਕਰਦੇ ਨੇ। ਹੇ ਵਾਹਿਗੁਰੂ ਮੇਰੇ ਤੇ ਦਇਆ ਕਰ, ਮੈਂ ਤੇਰੀ ਭਗਤੀ ਵਿੱਚ ਜੁੜਨ ਵਾਸਤੇ ਬਹਿਣ ਲੱਗਾ, ਤੂੰ ਦਇਆ ਕਰੀ, ਮੇਰਾ ਮਨ ਤੇਰੇ ਪਵਿੱਤਰ ਚਰਨਾਂ ਨਾਲ ਜੁੜ ਸਕੇ। ਇਹ ਅਰਦਾਸ, ਇਸ ਨੂੰ ਮੰਗਲਾਚਰਨ ਆਖੀਦਾ ਹੈ। ਸੋ ਮੰਗਲਾਚਰਨ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਮੰਗਲਾਚਰਨ ਨੂੰ ਸੰਖੇਪ ਮੰਗਲਾਚਰਨ ਵੀ ਆਖਿਆ ਜਾਂਦਾ ਹੈ। ਪਰਮਾਤਮਾ ਇੱਕ ਹੈ, ਉਹ ਸਰਵ ਵਿਆਪਕ ਹੈ ਤੇ ਲਗਾਤਾਰ ਇੱਕ ਰਸ ਉਹ ਮੌਜੂਦ ਰਹਿੰਦਾ ਹੈ। ਉਹ ਪਰਮਾਤਮਾ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ, ਸਮਝਿਆ ਜਾਂਦਾ ਹੈ ਜਾਂ ਪਾਇਆ ਜਾਂਦਾ ਹੈ। ਸੋ ਅੱਗੇ ਭਗਤ ਧੰਨਾ ਜੀ ਸ਼ੁਰੂ ਕਰਦੇ ਨੇ ਆਪਣਾ ਪਵਿੱਤਰ ਬਚਨ। ਉਹ ਆਖਦੇ ਨੇ, ਇਹ ਸ਼ਬਦ ਉਹਨਾਂ ਦਾ ਪੂਰਾ ਤੁਹਾਡੇ ਸਾਹਮਣੇ ਆ ਤੇ ਇਸ ਸ਼ਬਦ ਦੇ ਅੰਦਰ ਭਗਤ ਧੰਨਾ ਜੀ ਆਪ ਹੀ ਦੱਸਦੇ ਨੇ ਕਿ ਰੱਬ ਜੀ ਪੱਥਰ ਵਿੱਚੋਂ ਪ੍ਰਗਟ ਨਹੀਂ ਹੋਏ। ਮੇਰੀ ਜਿੱਦ ਕਰਕੇ ਰੱਬ ਜੀ ਪੱਥਰ ਵਿੱਚੋਂ ਨਹੀਂ ਨਿਕਲੇ। ਉਹ ਕਹਾਣੀ ਸੀ ਜੋ ਪ੍ਰਚਲਿਤ ਕੀਤੀ ਗਈ ਔਰ ਬ੍ਰਾਹਮਣ ਨੇ ਕੀਤੀ, ਕਿਉਂਕਿ ਧੰਨੇ ਨੂੰ ਪ੍ਰਤੱਖ ਗੁਸਾਈ ਮਿਲ ਚੁੱਕੇ ਨੇ ਤੇ ਬ੍ਰਾਹਮਣ ਚਾਹੁੰਦਾ ਹੈ ਕਿ ਅਸੀਂ ਇਹ ਗੱਲ ਲੋਕਾਂ ਦੇ ਸਾਹਮਣੇ ਲਿਆਈਏ ਕਿ ਉਹ ਠਾਕੁਰ ਦੀ ਰਾਹੀਂ ਹੀ ਮਿਲੇ ਨੇ, ਪੱਥਰ ਦੀ ਰਾਹੀਂ ਮਿਲੇ ਨੇ, ਕਿਉਂਕਿ ਅਸੀਂ ਪੱਥਰ ਦੀ ਪੂਜਾ ਕਰਦੇ ਹਾਂ ਤੇ ਸਾਡਾ ਜਿਹੜਾ ਰੋਟੀ ਮੰਡਾ ਹੈ ਉਹ ਚੱਲਦਾ ਹੀ ਰਹੇ ਕਿ ਇਸ ਪੱਥਰ ਵਿੱਚੋਂ ਰੱਬ ਜੀ ਮਿਲ ਸਕਦੇ ਨੇ। ਪਰ ਭਗਤ ਧੰਨਾ ਜੀ ਕੀ ਆਖਦੇ ਨੇ, ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਧੰਨੇ ਨੇ, ਇੱਥੇ ਥੋੜਾ ਜਿਹਾ ਵਿਆਕਰਨ ਦਾ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦਾ। 8 ਕਾਰਕ ਹੁੰਦੇ ਨੇ ਗ੍ਰਾਮਰ ਵਿੱਚ। ਪਹਿਲੇ 2 ਹੁੰਦੇ ਨੇ ਕਰਤਾ ਤੇ ਕਰਮ, ਕਰਤਾ ਕਾਰਕ ਤੇ ਕਰਮ ਕਾਰਕ। ਕਰਤਾ ਦੇ ਜਦੋਂ ਕਰਤਾ ਕਾਰਨ ਵਿੱਚ ਕਿਸੇ ਨਾਉਨ ਨੂੰ ਵਰਤਿਆ ਜਾਂਦਾ, ਉਹਦੇ ਜਿਹੜੇ ਅਰਥ ਨਿਕਲਦੇ ਨੇ ਉਹ ਨੇ ਦੇ ਨਿਕਲਦੇ ਨੇ। ਤੁਸੀਂ ਸੰਸਕ੍ਰਿਤ ਪੜ੍ਹੀ ਹੋਏਗੀ ਤੇ ਉਹਦੇ ਵਿੱਚ ਸਾਰੇ 8 ਕਾਰਕ ਲਿਖੇ ਹੋਏ ਨੇ। ਕਰਤਾ ਨੇ, ਕਰਮ ਨੂੰ, ਕਰਨ ਸੇ, ਅੱਗੇ 5 ਹੋਰ ਨੇ, ਆਪਾਂ ਫਿਰ ਕਦੀ ਕਰਾਂਗੇ ਜਦੋਂ ਕੋਈ ਚੀਜ਼ ਸਾਹਮਣੇ ਆਈ। ਕਰਤਾ ਨੇ, ਇੱਥੇ ਧੰਨਾ ਕਰਤਾ ਹੈ। ਧੰਨੇ ਧਨ ਪਾਇਆ ਧਰਨੀ ਧਰ। ਉਹਨੇ ਕੀ ਕੀਤਾ? ਕਰਤਾ ਨੇ ਕੀ ਕੀਤਾ? ਧਰਨੀ ਧਰ ਪ੍ਰਾਪਤ ਕੀਤਾ। ਸੋ ਇੱਥੇ ਕਰਤਾ ਜਿਹੜਾ ਹੈ ਧੰਨਾ, ਉਸ ਨੇ ਪ੍ਰਾਪਤ ਕੀਤਾ ਧਰਨੀ ਧਰ। ਕਰਤਾ ਨੇ ਕਰਮ ਨੂੰ, ਕਰਮ ਕਿਹਦੇ ਤੇ ਹੋਇਆ? ਪਰਮਾਤਮਾ ਤੇ, ਇਸ ਲਈ ਉਹਦੇ ਅਰਥ ਕਰਨੇ ਨੇ ਨੂੰ। ਧੰਨੇ ਨੇ ਧਨ ਨੂੰ ਪਾਇਆ। ਕਿਸ ਧਨ ਨੂੰ ਪਾਇਆ? ਧਰਨੀ ਧਰ ਰੂਪ ਧਨ ਨੂੰ ਪਾਇਆ। ਧਰਨੀ ਮੈਨੇ ਧਰਤੀ, ਧਰਨੀ ਧਰ, ਧਰ ਮੈਨੇ ਜਿਸ ਨੇ ਧਾਰਨ ਕੀਤੀ ਹੋਈ ਹੈ, ਜਿਸ ਦੇ ਸਹਾਰੇ ਤੇ ਧਰਤੀ ਖੜੀ ਹੈ। ਧਰਨੀ ਧਰ, ਉਹ ਅਕਾਲ ਪੁਰਖ ਵਾਹਿਗੁਰੂ ਜੋ ਧਰਤੀ ਦਾ ਆਸਰਾ, ਜੋ ਧਰਤੀ ਦਾ ਸਹਾਰਾ ਹੈ, ਉਸ ਪਰਮ ਪਿਤਾ ਪਰਮਾਤਮਾ ਨੂੰ ਧੰਨੇ ਨੇ ਪਾ ਲਿਆ। ਤੇ ਪਾਇਆ ਕਿਵੇਂ? ਇਹ ਭਗਤ ਜੀ ਨੇ ਆਪ ਦੱਸਿਆ ਹੈ। ਮਿਲ ਜਨ ਸੰਤ ਸਮਾਨਿਆ, ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਧੰਨਾ ਵਾਹਿਗੁਰੂ ਜੀ ਦੇ ਨਾਮ ਵਿੱਚ ਲੀਨ ਹੋਇਆ। ਸੋ ਇੱਥੋਂ ਇਹ ਗੱਲ ਸਪਸ਼ਟ ਹੋ ਗਈ ਕਿ ਧੰਨੇ ਨੇ ਉਹ ਜਿਹੜੀ ਕਹਾਣੀ ਪ੍ਰਚਲਿਤ ਕੀਤੀ ਗਈ ਬ੍ਰਾਹਮਣ ਵੱਲੋਂ,
ਉਸ ਦੇ ਮੁਤਾਬਕ ਧਰਨੀ ਧਰ ਨੂੰ ਨਹੀਂ ਪਾਇਆ, ਕਿਉਂਕਿ ਉਹ ਗੱਲ ਲੋਕ ਸੁਣਾ ਰਹੇ ਨੇ, ਚਾਹੇ ਉਹ ਭਾਈ ਗੁਰਦਾਸ ਸੁਣਾ ਰਹੇ ਹੋਣ, ਪਰ ਉਹ ਕੋਈ ਤੀਸਰਾ ਵਿਅਕਤੀ ਸੁਣਾ ਰਿਹਾ ਹੈ। ਧੰਨਾ ਜੀ ਖੁਦ ਕਹਿ ਰਹੇ ਨੇ, ਮੈਂ ਧਰਨੀ ਧਰ ਨੂੰ ਪਾਇਆ ਏ, ਪਰ ਮੈਂ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਪ੍ਰਭੂ ਦੇ ਨਾਮ ਵਿੱਚ ਲੀਨ ਹੋਇਆ, ਇਸ ਢੰਗ ਦੇ ਨਾਲ ਮੈਂ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਆਓ ਹੁਣ ਉਹਨਾਂ ਦਾ ਸ਼ਬਦ, ਉਸ ਦਾ ਪਹਿਲਾ ਬੰਦ ਜੋ ਰਹਾਉ ਵਾਲਾ ਬੰਦ ਏ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜਿਸ ਵਿੱਚ ਭਗਤ ਧੰਨਾ ਜੀ ਆਖਦੇ ਨੇ, ਭਰਮਤ ਫਿਰਤ ਬਹੁ ਜਨਮ ਬਿਲਾਨੇ। ਬਿਲਾਨੇ ਦਾ ਮਤਲਬ ਹੈ ਬੀਤੇ, ਬੀਤ ਗਏ, ਲੰਘ ਗਏ। ਭਰਮਤ ਫਿਰਤ, ਭਰਮਤ ਦਾ ਮਤਲਬ ਹੈ ਭਟਕਦਿਆਂ ਫਿਰਦਿਆਂ। ਭਟਕਦਿਆਂ ਫਿਰਦਿਆਂ ਸਾਡੇ ਸਾਰਿਆਂ ਦੇ ਬਹੁਤ ਸਾਰੇ ਜਨਮ ਬੀਤੇ ਨੇ। ਇਸ ਗੱਲ ਨੂੰ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਬਚਨਾਂ ਵਿੱਚ ਲਿਖਦੇ ਨੇ, ਕੋਟ ਜਨਮ ਭਰਮ 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 ਆਇਓ, ਵੱਡੇ ਭਾਗ ਸਾਧ ਸੰਗ ਪਾਇਓ। ਸਾਨੂੰ ਕਰੋੜਾਂ ਜਨਮ ਹੋ ਗਏ ਨੇ, ਭਟਕਦੇ ਭਟਕਦੇ ਅਸੀਂ ਇਸ ਮਨੁੱਖਾ ਜੂਨੀ ਵਿੱਚ, ਇਸ ਜਨਮ ਵਿੱਚ ਆਏ ਹਾਂ, ਤੇ ਵੱਡਿਆਂ ਭਾਗਾਂ ਦੁਆਰਾ ਸਾਨੂੰ ਸਾਧੂ ਸੰਗਤ ਪ੍ਰਾਪਤ ਹੋਈ ਹੈ। ਇਸੇ ਹੀ ਤਰ੍ਹਾਂ ਭਗਤ ਧੰਨਾ ਜੀ ਆਖਦੇ ਨੇ, ਭਰਮਤ ਫਿਰਤ ਬਹੁਤ ਜਨਮ ਬਿਲਾਨੇ, ਬਹੁਤ ਸਾਰੇ ਜਨਮ ਭਟਕਦਿਆਂ ਬੀਤੇ, ਲੰਘ ਗਏ, ਤੇ ਇਹ ਗੱਲ ਸਮਝ ਆਈ, ਤਨ ਮਨ ਧਨ ਨਹੀਂ ਧੀਰੇ। ਧੀਰੇ ਤੋਂ ਭਾਵ ਟਿਕਿਆ ਰਹਿਣਾ, ਸਥਿਰ ਰਹਿਣਾ। ਇਹ ਸਮਝ ਆਈ ਇਸ ਜਨਮ ਵਿੱਚ ਆ ਕੇ, ਮਨੁੱਖਾ ਜ਼ਿੰਦਗੀ ਵਿੱਚ ਆ ਕੇ, ਕਿ ਇਹ ਜਿਹੜਾ ਸਰੀਰ ਹੈ, ਤਨ, ਇਹ ਵੀ ਸਦਾ ਸਥਿਰ ਰਹਿਣ ਵਾਲਾ ਨਹੀਂ। ਧਨ, ਦੂਜੇ ਨੰਬਰ ਤੇ ਮਨ, ਮਨ ਵੀ ਸਦਾ ਟਿਕਣ ਵਾਲਾ ਨਹੀਂ, ਤੇ ਧਨ, ਇਹ ਧਨ ਵੀ ਸਦਾ ਸਾਡੇ ਕੋਲ ਹਰ ਹਾਲਤ ਵਿੱਚ ਨਹੀਂ ਰਹਿੰਦਾ। ਇਹ ਤਿੰਨੇ ਚੀਜ਼ਾਂ ਟਿਕੀਆਂ ਰਹਿਣ ਵਾਲੀਆਂ ਨਹੀਂ ਹਨ। ਇਹ ਗੱਲ ਸਮਝ ਆ ਗਈ। ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਸਾਡਾ ਤਨ ਵੀ ਆਖਰ ਇੱਕ ਸਮਾਂ ਆਉਂਦਾ ਹੈ ਜਦੋਂ ਇਹ ਪੈਦਾ ਹੁੰਦਾ ਹੈ ਤੇ ਜਦੋਂ ਇਹ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਸਾਡਾ ਮਨ ਵੀ ਸਾਰੀ ਜ਼ਿੰਦਗੀ ਭਟਕਦਾ ਰਹਿੰਦਾ ਹੈ ਤੇ ਕੀਤੇ ਕਰਮਾਂ ਮੁਤਾਬਕ ਅਗਲੀ ਜ਼ਿੰਦਗੀ ਜਾਂ ਅਗਲੇ ਜੀਵਨ ਵਿੱਚ ਵੀ ਭਟਕਣਾ ਵਿੱਚ ਪਿਆ ਰਹਿੰਦਾ ਹੈ। ਤੇ ਇਹ ਸੰਸਾਰਕ ਧਨ ਇੱਥੋਂ ਹੀ ਸਾਨੂੰ ਪ੍ਰਾਪਤ ਹੁੰਦਾ ਹੈ। ਜਦੋਂ ਅਸੀਂ ਸੰਸਾਰ ਛੱਡਦੇ ਹਾਂ ਤੇ ਇਸ ਧਨ ਨੂੰ ਇੱਥੇ ਹੀ ਛੱਡ ਕੇ ਚਲੇ ਜਾਂਦੇ ਹਾਂ। ਸੋ ਇਹ ਗੱਲ ਭਗਤ ਧੰਨਾ ਜੀ ਸਾਡੇ ਸਾਹਮਣੇ ਰੱਖਦੇ ਨੇ। ਲਾਲਚ ਬਿਖ ਕਾਮ ਲੁਬਦ ਰਾਤਾ। ਇਹ ਮਨੁੱਖ ਇਸ ਜੀਵਨ ਦੇ ਅੰਦਰ ਲੁਬਦ ਮੈਨੇ ਲੋਭ ਵਿੱਚ ਰੰਗਿਆ ਹੋਇਆ ਲਾਲਚ ਦੀ ਜ਼ਹਿਰ ਖਾਂਦਾ ਖਾਂਦਾ ਹੀ ਸਾਰੀ ਜ਼ਿੰਦਗੀ ਬਤੀਤ ਕਰਦਾ ਹੈ। ਲਾਲਚ ਬਿਖ ਮੈਨੇ ਜ਼ਹਿਰ, ਕਾਮ ਵਾਸ਼ਨਾ, ਕਾਮ ਵਾਸਨਾਵਾਂ ਯਾਨੀ ਕਾਮਨਾਵਾਂ ਦੀ ਪੂਰਤੀ ਲਈ ਲਾਲਚ ਦੀ ਜ਼ਹਿਰ ਹਮੇਸ਼ਾ ਹੀ ਲੋਭੀ ਬਣ ਕੇ ਖਾਂਦਾ ਰਹਿੰਦਾ ਹੈ, ਉਹਦੇ ਵਿੱਚ ਰਤਿਆ ਰਹਿੰਦਾ ਹੈ। ਤੇ ਹੁੰਦਾ ਕੀ ਏ, ਮਨ ਬਿਸਰੇ ਪ੍ਰਭ ਹੀਰੇ। ਪ੍ਰਭੂ ਹੀਰੇ ਵਰਗਾ, ਪ੍ਰਭੂ ਦਾ ਨਾਮ ਇੰਨਾ ਅਮੋਲਕ, ਇਸ ਵਿਸ਼ੇ ਵਿਕਾਰਾਂ ਦੀ ਦੁਨੀਆ ਵਿੱਚ ਖਚਿਤ ਹੋ ਕੇ ਇਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਨਮੋਲ ਹੀਰੇ ਵਰਗੇ ਨਾਮ ਨੂੰ ਵਿਸਾਰ ਦਿੰਦਾ ਹੈ। ਚੌਥੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਹੀਰਾ ਲਾਲ ਅਮੋਲਕ ਹੈ ਭਾਰੀ। ਪਰਮੇਸ਼ਵਰ ਦਾ ਨਾਮ ਇੱਕ ਬਹੁਤ ਅਮੋਲਕ ਹੀਰਾ ਰਤਨ ਜਵਾਹਰ ਹੈ। ਬਿਨ ਗਾਹਕ ਮੀਕਾ ਕਾਖਾ। ਮੀਕਾ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ ਬਰਾਬਰ, ਕਾਖਾ ਮੈਨੇ ਕੱਖ। ਪਰਮੇਸ਼ਵਰ ਦਾ ਨਾਮ ਹੈ ਤੇ ਅਮੋਲਕ ਏ। ਹੀਰਿਆਂ ਰਤਨ ਜਵਾਹਰ ਲਾਲਾਂ ਤੋਂ ਵਧੇਰੇ ਕੀਮਤ ਰੱਖਦਾ ਹੈ, ਪਰ ਗਾਹਕ ਤੋਂ ਬਿਨਾਂ ਇਹ ਕੱਖਾਂ ਦੇ ਬਰਾਬਰ ਦਾ ਹੋ ਗਿਆ।
ਰਤਨ ਗਾਹਕ ਗੁਰ ਸਾਧੂ ਦੇਖਿਓ, ਤਬ ਰਤਨ ਬਿਕਾਨੋ ਲਾਖਾ। ਜਦੋਂ ਕੋਈ ਇਸ ਦਾ ਗਾਹਕ ਗੁਰੂ ਮਿਲਿਆ, ਉਸ ਨੇ ਇਸ ਰਤਨ ਦੀ ਕੀਮਤ ਲੱਖਾਂ ਦੀ ਪਾਈ। ਭਾਵ ਇਹਦਾ ਇਸ ਪੂਰੀ 2 ਲਾਈਨਾਂ ਦਾ ਮਤਲਬ ਹੈ ਕਿ ਪਰਮੇਸ਼ਵਰ ਦਾ ਨਾਮ ਹੈ ਤੇ ਅਮੋਲਕ, ਪਰ ਅਸੀਂ ਉਸ ਦੀ ਪਹਿਚਾਨ ਨਾ ਕਰ ਪਾਏ, ਜਿਸ ਕਰਕੇ ਉਹ ਪਰਮਾਤਮਾ ਦਾ ਨਾਮ ਸਾਡੇ ਭਾਅ ਦਾ ਉਹ ਕੌਡੀਆਂ ਦੇ ਤੁੱਲ ਵੀ ਨਹੀਂ, ਭਾਵ ਉਹ ਕੱਖਾਂ ਵਰਗਾ ਵੀ ਨਹੀਂ। ਪਰ ਜਦੋਂ ਗੁਰੂ ਮਿਲਦਾ ਹੈ, ਗੁਰੂ ਪਰਮਾਤਮਾ ਦੇ ਨਾਮ ਦੀ ਕਦਰ ਸਾਡੇ ਅੰਦਰ ਪੈਦਾ ਕਰਦਾ ਹੈ। ਉਸ ਦੀ ਫਿਰ ਕੀਮਤ ਦੀ ਸਾਨੂੰ ਸਮਝ ਆਉਂਦੀ ਏ, ਤੇ ਜਦੋਂ ਉਹਦੀ ਸਮਝ ਆਉਂਦੀ ਏ, ਫਿਰ ਇਸ ਪਰਮੇਸ਼ਵਰ ਦੇ ਨਾਮ ਤੋਂ ਪਰਮੇਸ਼ਵਰ ਦੇ ਪਿਆਰੇ ਆਪਣਾ ਤਨ ਮਨ ਤੇ ਧਨ ਸਭ ਕੁਝ ਹੀ ਕੁਰਬਾਨ ਕਰ ਦਿੰਦੇ ਨੇ। ਉਹ ਆਖਦੇ ਨੇ ਸਾਡੇ ਕੋਲੋਂ ਪ੍ਰਭੂ ਦਾ ਨਾਮ ਨਾ ਜਾਏ, ਸਾਡੀ ਜਿੰਦ ਜਾਂਦੀ ਏ, ਸਾਡਾ ਸਰੀਰ ਜਾਂਦਾ ਹੈ ਤੇ ਬੇਸ਼ੱਕ ਚਲਾ ਜਾਏ। ਸੋ ਭਗਤ ਧੰਨਾ ਜੀ ਸਾਨੂੰ ਇਹ ਗੱਲ ਰਹਾਉ ਵਾਲੀਆਂ ਪੰਕਤੀਆਂ ਵਿੱਚ ਸਮਝਾ ਰਹੇ ਨੇ। ਭਾਈ ਗੁਰਮੁਖੋ, ਸਾਡੇ ਸਭਨਾਂ ਦੇ ਬਹੁਤ ਸਾਰੇ ਜਨਮ ਭਟਕਦਿਆਂ ਬੀਤ ਗਏ ਨੇ, ਤੇ ਸਾਨੂੰ ਇਹ ਹੁਣ ਇਸ ਮਨੁੱਖਾ ਜਨਮ ਵਿੱਚ ਇਸ ਸਾਧ ਸੰਗਤ ਵਿੱਚ ਆ ਕੇ ਸਮਝ ਆ ਗਈ ਏ ਕਿ ਇਹ ਤਨ ਮਨ ਤੇ ਧਨ ਸਦਾ ਥਿਰ ਰਹਿਣ ਵਾਲਾ ਨਹੀਂ। ਅਸੀਂ ਇਹਨਾਂ ਵਿਸ਼ਿਆਂ ਵਿਕਾਰਾਂ ਤੇ ਕਾਮਨਾਵਾਂ ਤੋਂ ਉੱਚਾ ਉੱਠ ਕੇ, ਇਸ ਲੋਭ ਰੱਤੀ ਜ਼ਿੰਦਗੀ ਤੋਂ ਉੱਚੇ ਉੱਠ ਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਨਾਮ ਵਿਸਾਰੀਏ, ਜੋ ਕਿ ਅਸੀਂ ਵਿਸਾਰ ਚੁੱਕੇ ਹਾਂ। ਭਗਤ ਜੀ ਸਾਨੂੰ ਚੇਤਾ ਕਰਾਉਂਦੇ ਨੇ, ਭਈ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਵਿੱਚ ਤੁਹਾਨੂੰ ਪ੍ਰਤੱਖ ਗੁਸਾਈ ਦੇ ਦਰਸ਼ਨ ਦੀਦਾਰ ਹੋ ਜਾਣ, ਤੇ ਇੱਕ ਕੰਮ ਕਰਿਆ ਜੇ, ਪਰਮਾਤਮਾ ਦੇ ਨਾਮ ਨੂੰ ਨਾ ਵਿਸਾਰਿਆ ਜੇ। ਪਰਮਾਤਮਾ ਦੇ ਨਾਮ ਨੂੰ ਯਾਦ ਕਰਨ ਨਾਲ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਦੀਦਾਰ ਹੋ ਜਾਣਗੇ। ਇਸ ਤੋਂ ਅੱਗੇ ਆਪਾਂ ਅਗਲੀ ਕਥਾ ਵਿੱਚ ਭਗਤ ਜੀ ਦਾ ਪੂਰਾ ਸ਼ਬਦ, ਤੇ ਫਿਰ ਉਸ ਤੋਂ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ, ਇਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਇੰਨੇ ਕੁ ਬਚਨ ਤੁਸੀਂ ਪ੍ਰਵਾਨ ਕਰਨਾ। ਇਹ ਜਿਹੜੇ 3-4 ਹਫ਼ਤੇ ਹੋਣਗੇ, ਇਹ ਭਗਤ ਧੰਨਾ ਜੀ ਦੇ 6ਵੀਂ ਸ਼ਤਾਬਦੀ ਦੇ ਉਹਨਾਂ ਦੇ ਜਨਮ ਦਿਵਸ ਨੂੰ ਸਮਰਪਿਤ ਹੋਣਗੇ। ਆਪਾਂ ਉਹਨਾਂ ਦੀ ਯਾਦ ਵਿੱਚ ਜੁੜਾਂਗੇ, ਉਹਨਾਂ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਮਨ ਵਿੱਚ ਵਸਾਵਾਂਗੇ, ਅਮਲ ਵਿੱਚ ਲਿਆਵਾਂਗੇ, ਤੇ ਹੋ ਸਕਦਾ ਤੁਹਾਡੇ ਵਿੱਚੋਂ ਵੀ ਕੋਈ ਅਜਿਹੀ ਭਾਗਾਂ ਵਾਲੀ ਰੂਹ ਹੋਵੇ ਜਿਹੜੀ ਪ੍ਰਤੱਖ ਗੁਸਾਈ ਦੇ ਦਰਸ਼ਨ ਦੀਦਾਰ ਕਰ ਸਕੇ। ਇਹਨਾਂ ਸ਼ਬਦਾਂ ਨਾਲ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।